ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਦੀ ਬਾਣੀ ਦੁਆਰਾ ਵਾਹਿਗੁਰੂ ਨਾਲ ਜੁੜਨ ਦਾ, ਸਾਂਝ ਪਾਉਣ ਦਾ ਨਿਮਾਣਾ ਜਿਹਾ ਉਪਰਾਲਾ ਗੁਰੂ ਦੇ ਦਰ ਬਹਿ ਕੇ ਕਰ ਰਹੇ ਹਾਂ। ਗੁਰੂ ਅਮਰਦਾਸ ਮਹਾਰਾਜ ਸੋਝੀ ਬਖਸ਼ਦੇ ਨੇ। ਸਤਿਗੁਰੂ ਕਹਿੰਦੇ, ਹੇ ਮਨ ਵਾਹਿਗੁਰੂ ਨਾਲ ਲਿਵ ਲਾ। ਵਾਹਿਗੁਰੂ ਨਾਲ ਲਿਵ ਲਾਇਆ ਜੀਵਨ ਸੌਖਾ ਆਨੰਦਮਈ ਹੁੰਦਾ ਅਤੇ ਸਫਲਾ ਹੁੰਦਾ। ਇਸ ਲਈ ਉਹਦੇ ਨਾਲ ਜੁੜ। ਮਾਇਆ ਨਾਲ ਲਿਵ ਲਾਉਣ ਨਾਲ ਕੁਛ ਹਾਸਲ ਨਹੀਂ ਹੁੰਦਾ। ਮਨ ਰੇ ਹਰ ਸੇਤੀ ਲਿਵ ਲਾਏ। ਹੇ ਮਨ ਵਾਹਿਗੁਰੂ ਨਾਲ ਲਿਵ ਲਾ। ਪਰਮੇਸ਼ਰ ਨਾਲ ਸਾਡੀ ਲਗਨ ਲੱਗਣੀ, ਲਿਵ ਲੱਗਣੀ, ਇਹ ਜ਼ਰੂਰੀ ਹੈ। ਮਾਇਆ ਨਾਲ ਸਾਨੂੰ ਲਿਵ ਲਾਉਣੀ ਨਹੀਂ ਪਈ, ਲੱਗ ਗਈ। ਮਾਇਆ ਨਾਲ ਮਨ ਨੂੰ ਜੋੜਨਾ ਨਹੀਂ ਪਿਆ, ਇਹ ਆਪਣੇ ਆਪ ਜੁੜ ਗਿਆ। ਇਹ ਸੰਸਾਰ ਦੀਆਂ ਵਸਤੂਆਂ, ਇਹ ਰੂਪ ਰੰਗ, ਇਸ ਸੰਸਾਰ ਦੀ ਚਮਕ ਦਮਕ ਕੁਛ ਹੈ ਹੀ ਐਸੀ ਕਿ ਬੰਦਾ ਜਾਂ ਬੰਦੇ ਦਾ ਮਨ ਇਸ ਦੇ ਮਗਰ ਹੋ ਹੀ ਤੁਰਦਾ ਹੈ। ਤੁਰੇਗਾ ਹੀ, ਕਿਉਂਕਿ ਸੰਸਾਰ ਵਾਹਿਗੁਰੂ ਨੇ ਬਣਾਇਆ ਹੀ ਇੰਨਾ ਖੂਬਸੂਰਤ ਹੈ। ਤੇ ਜੇ ਨਾ ਇਸ ਮਾਇਆ ਮਗਰ, ਇਸ ਸੰਸਾਰ ਮਗਰ ਮਨ ਲੱਗੇ ਤਾਂ ਵੀ ਕੋਈ ਲਾਭ ਨਹੀਂ ਹੈ। ਕਿਉਂਕਿ ਬੰਦਾ ਇਸ ਸੰਸਾਰ ਦੀ ਖੂਬਸੂਰਤੀ ਨੂੰ, ਇਸ ਸੰਸਾਰ ਦੀਆਂ ਚੀਜ਼ਾਂ ਨੂੰ, ਜੇ ਉਹਨਾਂ ਨੂੰ ਜਾਣ ਹੀ ਨਾ ਸਕੇ, ਜੇ ਉਹਨਾਂ ਨੂੰ ਦੇਖ ਹੀ ਨਾ ਸਕੇ, ਉਹਨਾਂ ਦੀ ਸਾਰਥਕਤਾ ਨੂੰ, ਉਹਨਾਂ ਦੀ ਵਿਅਰਥਤਾ ਨੂੰ ਜਾਣ ਹੀ ਨਾ ਸਕੇ, ਤਾਂ ਫਿਰ ਲਾਭ ਕੀ ਹੋਵੇਗਾ? ਜਾਣ ਕੇ ਹੀ ਪਤਾ ਲੱਗੇਗਾ। ਕਿਸੇ ਚੀਜ਼ ਦਾ ਸਵਾਦ ਲੈ ਕੇ ਹੀ ਪਤਾ ਚੱਲੇਗਾ ਕਿ ਉਹ ਚੰਗੀ ਹੈ ਜਾਂ ਮੰਦੀ ਹੈ। ਬਿਨਾਂ ਉਸ ਨੂੰ ਆਪਣੀ ਜ਼ੁਬਾਨ ਤੇ ਰੱਖਿਆ ਕਿਵੇਂ ਦੱਸਿਆ ਜਾਵੇ? ਕੋਈ ਢੰਗ ਹੀ ਨਹੀਂ ਹੈ ਜਾਣਨ ਦਾ, ਕੋਈ ਤਰੀਕਾ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਸੰਸਾਰ ਤੋਂ, ਸੰਸਾਰ ਦੀਆਂ ਚੀਜ਼ਾਂ ਤੋਂ ਦੂਰ ਹੋਣ ਲਈ ਨਹੀਂ ਕਿਹਾ।
ਸਤਿਗੁਰੂ ਕਹਿੰਦੇ ਇਹਨਾਂ ਦੇ ਵਿੱਚ ਰਹਿ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਜਾਣ। ਪ੍ਰਵਿਰਤੀ ਮਾਰਗ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਦ੍ਰਿੜ ਕਰਾਇਆ ਕਿ ਇਹਦੇ ਵਿੱਚ ਪ੍ਰਵਿਰਤ ਹੋ, ਵੇਖ ਸੰਸਾਰ ਨੂੰ ਨੇੜੇ ਹੋ ਕੇ। ਨੇੜੇ ਹੋ ਕੇ ਹੀ ਵੇਖ ਸਕਾਂਗੇ, ਉਸ ਤੋਂ ਬਿਨਾਂ ਦੇਖਣਾ, ਉਸ ਤੋਂ ਬਿਨਾਂ ਜਾਣਨਾ ਕਠਿਨ ਹੈ। ਨੇੜੇ ਹੋ ਕੇ ਵੇਖੋ ਦੁੱਖ ਨੂੰ, ਸੁੱਖ ਨੂੰ, ਮਾਣ ਨੂੰ, ਵਡਿਆਈ ਨੂੰ, ਅਪਮਾਨ ਨੂੰ, ਸਭ ਚੀਜ਼ਾਂ ਨੂੰ ਨੇੜੇ ਹੋ ਕੇ ਵੇਖੋ ਜਰਾ। ਇੱਥੇ ਰੂਪ ਰੰਗ, ਸੋਨਾ ਚਾਂਦੀ, ਦੌਲਤ ਸ਼ੌਹਰਤ, ਇਹ ਸਭ ਰੁਤਬੇ ਅਹੁਦੇ, ਇਹਨਾਂ ਨੂੰ ਨੇੜੇ ਹੋ ਕੇ ਤੱਕੋਗੇ ਤਾਂ ਪਤਾ ਚੱਲੇਗਾ ਕਿ ਇਹਨਾਂ ਵਿੱਚ ਕੁਛ ਹੈ ਜਾਂ ਨਹੀਂ। ਦੂਰੋਂ ਰਹਿ ਕੇ ਨਹੀਂ ਪਤਾ ਚੱਲਦਾ। ਦੂਰੋਂ ਰਹਿ ਕੇ ਨਹੀਂ, ਦੂਰੋਂ ਰਹਿ ਕੇ ਤਾਂ ਬਿਲਕੁਲ ਕਹਾਣੀ ਉਸ ਚਲਾਕ ਲੂੰਮੜੀ ਵਰਗੀ ਹੈ ਕਿ ਪਹੁੰਚ ਨਹੀਂ ਸਕੀ, ਇਸ ਕਰਕੇ ਅੰਗੂਰ ਖੱਟੇ। ਇੱਛਾ ਸੀ ਹਾਸਲ ਕਰਨ ਦੀ ਕਿ ਅੰਗੂਰ ਮਿਲ ਜਾਣ, ਪਰ ਨਹੀਂ ਮਿਲੇ, ਪਹੁੰਚ ਨਹੀਂ ਸਕੀ, ਬੜੀਆਂ ਛਾਲਾਂ ਮਾਰੀਆਂ, ਇਸ ਕਰਕੇ ਖੱਟੇ। ਇਸ ਲਈ ਗੌਰ ਕਰਨਾ, ਸੰਸਾਰ ਦੀ ਨਿੰਦਾ ਉਹਨਾਂ ਲੋਕਾਂ ਨੇ ਕੀਤੀ ਜਿਨ੍ਹਾਂ ਲੋਕਾਂ ਨੂੰ ਸੰਸਾਰ ਦੀਆਂ ਚੀਜ਼ਾਂ ਹਾਸਲ ਨਹੀਂ ਹੋਈਆਂ। ਉਹਨਾਂ ਲੋਕਾਂ ਨੇ ਕਿ ਸੰਸਾਰ ਨਰਕ ਦਾ ਦੁਆਰ ਹੈ ਜੀ, ਕਿਉਂਕਿ ਸੰਸਾਰ ਦੇ ਪਦਾਰਥ ਭੋਗ ਨਹੀਂ ਸਕੇ। ਚੀਜ਼ਾਂ ਹਾਸਲ ਨਹੀਂ ਕਰ ਸਕੇ, ਪੈਸਾ ਹਾਸਲ ਨਹੀਂ ਕਰ ਸਕੇ, ਇਸ ਕਰਕੇ ਕਿਹਾ ਕਿ ਪੈਸਾ ਤਾਂ ਹੱਥਾਂ ਦੀ ਮੈਲ ਹੁੰਦੀ ਹੈ ਜੀ, ਇਹ ਤਾਂ ਝੂਠ ਹੈ, ਇਹ ਤਾਂ ਮਾਇਆ ਹੈ, ਸਭ ਇਹ ਤਾਂ ਵਿਅਰਥ ਹੈ। ਕਿਉਂ? ਕਿਉਂਕਿ ਹਾਸਲ ਨਹੀਂ ਕਰ ਸਕੇ। ਇਸ ਲਈ ਹਮੇਸ਼ਾ ਉਹ ਲੋਕ, ਜ਼ਿਆਦਾਤਰ ਉਹ ਲੋਕ ਨਿੰਦਾ ਕਰਦੇ ਨੇ, ਗਲਤ ਬੋਲਦੇ ਨੇ ਚੀਜ਼ਾਂ ਨੂੰ, ਸੰਸਾਰ ਨੂੰ, ਜਿਹੜੇ ਲੋਕ ਉਹਨਾਂ ਚੀਜ਼ਾਂ ਨੂੰ ਭੋਗ ਨਹੀਂ ਪਾਉਂਦੇ, ਉਹਨਾਂ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ। ਜਿਵੇਂ ਸਾਡੀਆਂ ਕਹਾਵਤਾਂ ਨੇ ਨਾ ਕਿ ਨਾਚ ਨਾ ਜਾਣੇ ਆਂਗਣ ਟੇਢਾ, ਕਿ ਨੱਚਣਾ ਨਹੀਂ ਆਉਂਦਾ, ਪਰ ਉਹ ਵਿਹੜੇ ਵਿੱਚ ਨੁਕਸ ਕੱਢਦਾ ਕਿ ਵਿਹੜਾ ਤੁਹਾਡਾ ਵਿੰਗਾ ਹੈ ਜੀ, ਉੱਚਾ ਨੀਵਾਂ ਹੈ, ਤਾਂ ਕਰਕੇ ਨਹੀਂ ਨੱਚ ਹੋ ਰਿਹਾ। ਲੋਕ ਕਹਿੰਦੇ ਸੰਸਾਰ ਨਹੀਂ ਚੰਗਾ, ਸੰਸਾਰ ਇਹ ਮੰਦਾ ਹੈ, ਇਸ ਕਰਕੇ ਰੱਬ ਦੀ ਪ੍ਰਾਪਤੀ ਨਹੀਂ ਹੋ ਰਹੀ। ਤੇ ਗੁਰਮਤਿ ਨੇ, ਗੁਰੂ ਸਾਹਿਬ ਨੇ ਬਿਲਕੁਲ ਵੱਖਰੀ ਗੱਲ ਸਮਝਾਈ। ਸਤਿਗੁਰੂ ਨੇ ਕਿਹਾ ਕਿ ਇਹ ਛੱਡ ਕਿ ਸੰਸਾਰ ਕੈਸਾ ਹੈ, ਲੋਕਾਂ ਦੀ ਨਿਗਾਹ ਨਾਲ ਨਹੀਂ, ਆਪਣੀ ਨਿਗਾਹ ਨਾਲ ਵੇਖੋ, ਆਪਣੀ ਨਿਗਾਹ ਨਾਲ। ਗੁਰੂ ਕੋਲੋਂ ਗਿਆਨ ਦੀ ਅੱਖ ਲੈ ਕੇ ਵੇਖੋ। ਗੁਰੂ ਜੋ ਗਿਆਨ ਦੇ ਨੇਤਰ ਦਿੰਦਾ ਹੈ ਨਾ, ਸਤਿਗੁਰੂ ਕਹਿੰਦੇ ਨੇਤਰ ਪ੍ਰਗਾਸ ਕੀਆ ਗੁਰਦੇਵ, ਕਿ ਗੁਰੂ ਜਦੋਂ ਸਾਡੀਆਂ ਅੱਖਾਂ ਖੋਲ੍ਹਦਾ, ਗੁਰੂ ਜਦੋਂ ਸਾਨੂੰ ਪ੍ਰਕਾਸ਼ ਦਿੰਦਾ ਹੈ, ਗਿਆਨ ਦਿੰਦਾ ਹੈ, ਉਦੋਂ ਜੋ ਨਜ਼ਰ ਆਉਂਦਾ ਹੈ ਉਹ ਵਾਲਾ ਸੰਸਾਰ। ਗੁਰੂ ਦੀ ਅੱਖ ਨਾਲ ਵੇਖੋ। ਗੁਰੂ ਇਹ ਨਹੀਂ ਕਹਿੰਦਾ ਕਿ ਮੈਂ ਜੋ ਦੇਖ ਰਿਹਾ ਮੇਰੀ ਅੱਖ ਤੇ ਯਕੀਨ ਕਰ ਲੈ, ਕਿ ਮੈਂ ਕਹਿ ਦਿੱਤਾ ਸੰਸਾਰ ਸੁੰਦਰ ਹੈ ਤਾਂ ਤੂੰ ਵੀ ਮੰਨ ਲੈ। ਨਹੀਂ, ਸਤਿਗੁਰੂ ਕਹਿੰਦੇ ਮੈਂ ਤੈਨੂੰ ਗਿਆਨ ਦਿੰਦਾ, ਤੈਨੂੰ ਅੱਖ ਦਿੰਦਾ, ਤੈਨੂੰ ਨੇਤਰ ਤੇਰੇ ਖੋਲਦਾ, ਤੂੰ ਦੇਖ, ਤੂੰ ਵੇਖ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਰੱਖੀ, ਹਰ ਬਿਨਾ ਵਰਨਾ ਦੇਖੋ ਕੋਈ। ਸਤਿਗੁਰੂ ਕਹਿੰਦੇ ਦੇਖੋ, ਦੇਖੋ, ਜਾਣੋ ਇਸ ਸੰਸਾਰ ਨੂੰ, ਵਿੱਚ ਰਹਿ ਕੇ ਜਾਣੋ ਕਿ ਇਹ ਝੂਠ ਹੈ ਜਾਂ ਸੱਚ ਹੈ।
ਇਹ ਸਹੀ ਹੈ ਜਾਂ ਗਲਤ? ਦੂਰ ਰਹਿ ਕੇ ਜਾਣਨਾ ਅਸੰਭਵ ਹੈ, ਨੇੜੇ ਰਹਿ ਕੇ ਜਾਣਿਆ ਜਾ ਸਕਦਾ ਹੈ। ਨੇੜੇ ਰਹਿ ਕੇ। ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਬੰਦਾ ਇਸ ਸੰਸਾਰ ਦੇ ਵਿੱਚ ਵਿਚਰਦਾ ਹੈ, ਫਿਰ ਉਸ ਨੂੰ ਸੋਝੀ ਆਉਂਦੀ ਹੈ ਕਿ ਇਹ ਤਾਂ ਮਾਇਆ ਹੈ। ਜਦੋਂ ਅਸੀਂ ਸੰਸਾਰ ਦੇ ਵਿੱਚ ਰਹਿੰਦੇ ਹਾਂ, ਅਸੀਂ ਦੇਖਦੇ ਹਾਂ ਕਿ ਸਾਡੇ ਨੇੜੇ ਤੇੜੇ ਰਹਿਣ ਵਾਲੇ ਲੋਕ, ਸਾਡੇ ਨਾਲ ਰਹਿਣ ਵਾਲੇ, ਸਾਡੇ ਆਪਣੇ ਇੱਕ ਕਰਕੇ ਜਾ ਰਹੇ ਨੇ ਦੁਨੀਆ ਤੋਂ। ਇੱਕ ਇੱਕ ਕਰਕੇ ਸਾਡੇ ਘਰ ਚੋਂ, ਸਾਡੇ ਆਂਢ ਗੁਆਂਢ ਚੋਂ, ਸਾਡੀ ਰਿਸ਼ਤੇਦਾਰੀ ਚੋਂ ਇੱਕ ਇੱਕ ਕਰਕੇ ਸਭ ਤੁਰੇ ਜਾ ਰਹੇ। ਨਾਲ ਰਹਿ ਕੇ, ਵਿੱਚ ਰਹਿ ਕੇ ਸੋਝੀ ਆਉਂਦੀ ਹੈ ਕਿ ਭਾਈ ਮੈਂ ਵੀ ਜਾਵਾਂਗਾ, ਜੇ ਬਾਕੀ ਤੁਰ ਗਏ ਤਾਂ। ਜੇ ਬਾਕੀ ਜਾ ਰਹੇ ਨੇ ਤਾਂ ਮੇਰਾ ਨੰਬਰ ਵੀ ਆਏਗਾ। ਵਿੱਚ ਰਹਿ ਕੇ ਪਤਾ ਚੱਲੇਗਾ ਕਿ ਮੈਂ ਜਿੰਨੀਆਂ ਮਰਜ਼ੀ ਚੀਜ਼ਾਂ ਜੋੜ ਲਵਾਂ, ਬਾਕੀ ਸਾਰੇ ਇੱਥੇ ਛੱਡ ਕੇ ਤਾਂ ਮੈਂ ਵੀ ਛੱਡ ਕੇ ਜਾਊਂਗਾ। ਦੂਰ ਰਹਿ ਕੇ ਕਿਵੇਂ ਜਾਣੋਗੇ? ਦੂਰ ਰਹਿ ਕੇ ਕਿਵੇਂ ਪਤਾ ਚੱਲੇਗਾ? ਇਕੱਲੇ ਬੰਦੇ ਨੂੰ ਕੀ ਪਤਾ ਲੱਗਦਾ? ਕੁਛ ਨਹੀਂ ਪਤਾ ਲੱਗਦਾ ਇਕੱਲੇ ਬੰਦੇ ਨੂੰ। ਜੰਗਲ ਵਿੱਚ ਹੋ, ਉੱਥੇ ਕਿਹਦੇ ਨਾਲ ਈਰਸ਼ਾ? ਉੱਥੇ ਕਿਸੇ ਦਾ ਰੂਪ ਰੰਗ ਕੀ ਮੋਹੇਗਾ? ਕਿਉਂਕਿ ਕੋਈ ਹੈ ਹੀ ਨਹੀਂ। ਸੰਸਾਰ ਵਿੱਚ ਰਵਾਂਗੇ, ਰੂਪ ਰੰਗ ਦੇਖਾਂਗੇ, ਪਤਾ ਲੱਗੇਗਾ ਕਿ ਮਨ ਵਿੱਚ ਵਾਸਨਾ ਪੈਦਾ ਹੁੰਦੀ ਕਿ ਨਹੀਂ। ਸੰਸਾਰ ਵਿੱਚ ਰਵਾਂਗੇ ਤਾਂ ਦੂਸਰੇ ਦਾ ਘਰ, ਦੂਸਰੇ ਦੀਆਂ ਗੱਡੀਆਂ, ਦੂਸਰੇ ਦਾ ਪਹਿਰਾਵਾ, ਦੂਸਰੇ ਦਾ ਪੈਸਾ ਦੇਖ ਕੇ ਫਿਰ ਪਤਾ ਲੱਗੇਗਾ ਈਰਸ਼ਾ ਪੈਦਾ ਹੁੰਦੀ ਕਿ ਨਹੀਂ। ਜੰਗਲ ਵਿੱਚ ਰਹਿ ਕੇ ਥੋੜ੍ਹੀ ਪਤਾ ਲੱਗਣਾ। ਜੰਗਲ ਵਿੱਚ ਰਹਿ ਕੇ ਈਰਸ਼ਾ ਥੋੜ੍ਹੀ ਪੈਦਾ ਹੋਏਗੀ, ਕਿਉਂਕਿ ਦੂਸਰਾ ਕੋਈ ਕੰਪੀਟੀਟਰ ਨਹੀਂ ਹੈ, ਕੋਈ ਬਰਾਬਰ ਦਾ ਹੈ ਹੀ ਨਹੀਂ ਉੱਥੇ। ਹੁਣ ਜਾਨਵਰਾਂ ਦੇ ਨਾਲ ਥੋੜ੍ਹੀ ਈਰਸ਼ਾ ਪੈਦਾ ਹੋਊਗੀ। ਹੁਣ ਜਾਨਵਰਾਂ ਨੂੰ ਦੇਖ ਕੇ ਨਹੀਂ ਈਰਸ਼ਾ ਪੈਦਾ ਹੁੰਦੀ, ਕਿਉਂਕਿ ਜਾਨਵਰ ਮੇਰੇ ਵਾਂਗੂ ਘਰ ਥੋੜ੍ਹੀ ਬਣਾ ਸਕਦੇ। ਜਾਨਵਰ ਮੇਰੇ ਵਾਂਗੂ ਸੋਨਾ ਥੋੜ੍ਹੀ ਨਾ ਜੋੜਨਗੇ, ਪੈਸਾ ਥੋੜ੍ਹੀ ਜੋੜਨਗੇ। ਇਸ ਲਈ ਜਾਨਵਰ ਜੇ ਮੇਰੇ ਕਿਤੇ ਸਿਰ ਮਾਰ ਵੀ ਜਾਵੇ ਜਾਂ ਕਿਤੇ ਸਿੰਗ ਮਾਰ ਜਾਵੇ ਤਾਂ ਕੀ ਮੈਂ ਉਹਦੇ ਨਾਲ ਨਫ਼ਰਤ ਕਰੂੰਗਾ? ਕੀ ਕਰੂੰਗਾ ਮੈਂ ਉਹਦੇ ਨਾਲ? ਈਰਸ਼ਾ ਕਰੂੰਗਾ? ਜਾਨਵਰ ਹੈ ਜੀ, ਜਾਨਵਰਾਂ ਦਾ ਸੁਭਾਅ ਹੀ ਇਹ ਹੁੰਦਾ। ਪਰ ਜੇ ਜਾਨਵਰ ਦੀ ਥਾਂ ਬੰਦਾ ਹੋਵੇ, ਫਿਰ ਨਫ਼ਰਤ, ਫਿਰ ਵੈਰ, ਫਿਰ ਕ੍ਰੋਧ। ਇਸ ਕਰਕੇ ਜੰਗਲ ਵਿੱਚ ਕੁਛ ਨਹੀਂ ਪਤਾ ਲੱਗਦਾ। ਜੰਗਲ ਵਿੱਚ ਇਸੇ ਕਰਕੇ ਤਾਂ ਗੁਰੂ ਸਾਹਿਬ ਨੇ ਆਖਿਆ ਕਿ ਜਿਹੜੇ ਸਿੱਧ ਜੋਗੀ ਜੰਗਲਾਂ ਨੂੰ ਚਲੇ ਗਏ, ਉਹ ਸੰਸਾਰ ਨਾਲੋਂ ਟੁੱਟ ਗਏ। ਉਹਨਾਂ ਨੂੰ ਪਤਾ ਹੀ ਨਹੀਂ ਸੰਸਾਰ ਕੀ ਹੈ। ਸੰਸਾਰ ਵਿੱਚ ਰਹਿ ਕੇ ਪਤਾ ਚੱਲੇਗਾ ਕ੍ਰੋਧ ਦਾ। ਜੰਗਲ ਵਿੱਚ ਬੈਠਾ ਆਦਮੀ, ਉਹਨੂੰ ਕ੍ਰੋਧ ਹੀ ਨਹੀਂ ਆਉਂਦਾ। ਆਵੇ ਕਿਵੇਂ ਕ੍ਰੋਧ? ਆਵੇ ਕਿਵੇਂ? ਤੁਸੀਂ ਜਾ ਰਹੇ ਹੋ ਆਪਣੀ ਕਾਰ ਵਿੱਚ ਜਾਂ ਆਪਣੀ ਬਾਈਕ ਤੇ ਜਾ ਰਹੇ ਹੋ ਰੋਡ ਤੇ ਸਾਹਮਣੇ ਵਾਲਾ ਆਦਮੀ ਜਿਹੜਾ ਅੱਗੇ ਗੱਡੀ 'ਚ ਜਾ ਰਿਹਾ, ਉਹ ਸਾਈਡ ਨਹੀਂ ਦੇ ਰਿਹਾ। ਤੁਸੀਂ ਹੌਰਨ 1 ਵਾਰੀ 2 ਵਾਰੀ 3 ਵਾਰੀ 4 ਵਾਰੀ ਹੌਰਨ ਦਿੱਤਾ, ਕਈ ਵਾਰੀ ਕਿਹਾ, ਪਰ ਉਹ ਹਟਿਆ ਨਹੀਂ। ਫਿਰ ਹੁਣ ਦੇਖੋ ਕ੍ਰੋਧ ਆਉਂਦਾ। ਹੁਣ ਜੰਗਲ 'ਚ ਕਿਹਦੇ ਤੇ ਕ੍ਰੋਧ ਆਏਗਾ? ਉੱਥੇ ਕਿਹਦੇ ਤੇ ਗੁੱਸਾ ਆਏਗਾ? ਕਿਉਂਕਿ ਕੋਈ ਹੈ ਹੀ ਨਹੀਂ ਸਾਹਮਣੇ। ਇਸ ਲਈ ਸੰਸਾਰ ਵਿੱਚ ਰਹਿ ਕੇ ਪਤਾ ਚੱਲੇਗਾ ਕਿ ਅਸੀਂ ਕੈਸਾ ਜੀਵਨ ਜੀਵਾਂਗੇ। ਤਾਂ ਕਰਕੇ ਸਤਿਗੁਰੂ ਕਹਿੰਦੇ ਇਹਦੇ ਵਿੱਚ ਰਹਿ ਕੇ ਪਤਾ ਚੱਲੇਗਾ ਕਿ ਝੂਠ ਕੀ ਹੈ ਤੇ ਸੱਚ ਕੀ ਹੈ। ਧਰਮ ਸੰਸਾਰ ਵਿੱਚ ਰਹਿ ਕੇ ਕਮਾਇਆ ਜਾਂਦਾ, ਸੰਸਾਰ ਤੋਂ ਵੱਖਰੇ ਹੋ ਕੇ ਨਹੀਂ, ਦੂਰ ਹੋ ਕੇ ਨਹੀਂ। ਜਿਹੜੀਆਂ ਸਿੱਖਿਆਵਾਂ ਸਾਨੂੰ ਸਕੂਲ ਕਾਲਜਾਂ ਵਿੱਚ ਮਿਲਦੀਆਂ, ਉਹ ਸਿੱਖਿਆਵਾਂ ਸੰਸਾਰ ਦੇ ਵਿੱਚ ਕਮਾਉਣੀਆਂ ਹੁੰਦੀਆਂ। ਸਕੂਲ ਵਿੱਚ ਜੋ ਸਿੱਖਿਆ
ਉਹ ਸੰਸਾਰ ਵਿੱਚ ਕਮਾਈਦਾ। ਸੰਸਾਰ ਵਿੱਚ ਉਹੀ ਕਮਾਉਂਦੇ ਨਾ ਅਸੀਂ, ਜੋ ਸਕੂਲ ਵਿੱਚ ਸਿੱਖਿਆ, ਜੋ ਸਮਝਿਆ। ਪਰ ਜੇ ਬੰਦਾ ਜੋ ਸਕੂਲ ਕਾਲਜ ਵਿੱਚ ਉਹਨੇ ਸਿੱਖਿਆ ਉਹ ਸੰਸਾਰ ਵਿੱਚ ਕਮਾਵੇ ਹੀ ਨਾ, ਤਾਂ ਫਿਰ ਉਹਦੀ ਐਜੂਕੇਸ਼ਨ ਦਾ, ਉਹਦੀ ਪੜ੍ਹਾਈ ਦਾ, ਉਹਦੀਆਂ ਡਿਗਰੀਆਂ ਦਾ ਕੀ ਲਾਭ? ਕੁਛ ਵੀ ਨਹੀਂ, ਉਹ ਸਭ ਢੇਰ ਕੂੜਾ ਨੇ। ਉਹਦੀਆਂ ਡਿਗਰੀਆਂ ਫਿਰ ਕਾਗਜ਼ ਦੇ ਟੁਕੜਿਆਂ ਤੋਂ ਵੱਧ ਕੇ ਹੋਰ ਕੱਖ ਨਹੀਂ ਹੈ, ਕਿਉਂਕਿ ਉਹਨੇ ਕੋਈ ਸਿੱਖਿਆ ਹੀ ਨਹੀਂ, ਉਹਨੇ ਕੋਈ ਸਮਝਿਆ ਨਹੀਂ। ਜਿਸ ਨੇ ਧਰਮ ਨੂੰ ਸਮਝਿਆ ਹੀ ਨਹੀਂ, ਜਿਹਨੇ ਗੁਰੂ ਦੀ ਸਿੱਖਿਆ ਨੂੰ ਕਮਾਇਆ ਹੀ ਨਹੀਂ, ਉਹਦੇ ਵਾਸਤੇ ਗੁਰੂ ਦੀਆਂ ਸਿੱਖਿਆਵਾਂ, ਧਰਮ ਗ੍ਰੰਥ ਕੋਈ ਮਾਇਨੇ ਨਹੀਂ ਰੱਖਦੇ। ਇਸ ਲਈ ਗੁਰੂ ਕਹਿੰਦਾ ਸੰਸਾਰ ਦੇ ਵਿੱਚ ਰਹਿ ਕੇ ਉਸ ਵਾਹਿਗੁਰੂ ਨਾਲ ਜੁੜ, ਲਿਵ ਲਾ ਉਹਦੇ ਨਾਲ, ਉਹਦੇ ਨਾਲ ਲਾ ਲਿਵ। ਇੱਥੇ ਰਹਿ ਕੇ ਪਤਾ ਚੱਲੇਗਾ ਕਿ ਸੰਸਾਰ ਝੂਠਾ ਹੈ। ਇੱਥੇ ਸਭ ਚੀਜ਼ਾਂ ਰਹਿ ਜਾਂਦੀਆਂ, ਬਾਕੀ ਸਭ ਛੱਡ ਗਏ, ਮੈਂ ਵੀ ਛੱਡ ਜਾਊਂਗਾ ਚੀਜ਼ਾਂ। ਫਲਾਣਾ ਆਦਮੀ ਬੜਾ ਭੈੜਾ ਸੀ, ਬੜਾ ਬੁਰਾ ਸੀ, ਜਦੋਂ ਉਹ ਮਰਿਆ ਤਾਂ ਲੋਕਾਂ ਨੇ ਕਿਹਾ ਬੜਾ ਚੰਗਾ ਆਦਮੀ ਸੀ। ਜਦੋਂ ਮੈਂ ਮਰਾਂਗਾ ਮੈਨੂੰ ਵੀ ਲੋਕ ਇਵੇਂ ਕਹਿਣਗੇ ਬੜਾ ਭਲਾ ਆਦਮੀ ਸੀ। ਇਸ ਤਰ੍ਹਾਂ ਹੁੰਦਾ ਹੈ। ਇਸ ਲਈ ਜਦੋਂ ਇਸ ਤਰ੍ਹਾਂ ਅਸੀਂ ਸੰਸਾਰ ਦੇ ਵਿੱਚ ਰਹਿੰਦੇ ਹਾਂ ਤਾਂ ਸੋਝੀ ਆਉਂਦੀ ਹੈ। ਸਤਿਗੁਰੂ ਕਹਿੰਦੇ ਇਸ ਨੂੰ ਵੇਖ ਤੇ ਵਾਹਿਗੁਰੂ ਨਾਲ ਲਿਵ ਲਾ, ਪਰਮੇਸ਼ਰ ਨਾਲ ਜੁੜ। ਮਨ ਰੇ ਹਰ ਸਿੱਤੀ ਲਿਵ ਲਾਏ, ਵਾਹਿਗੁਰੂ ਨਾਲ ਲਿਵ ਲਾ। ਮਨ ਹਰ ਜਪ ਮੀਠਾ ਲੱਗੈ ਭਾਈ, ਵਾਹਿਗੁਰੂ ਦੇ ਨਾਮ ਨੂੰ ਜਪ, ਉਹ ਮਿੱਠਾ ਲੱਗੇਗਾ, ਉਹ ਪਿਆਰਾ ਲੱਗੇਗਾ। ਹਾਲੇ ਨਹੀਂ ਲੱਗਦਾ। ਹਾਲੇ ਤਾਂ ਬੰਦਾ ਕਈ ਵਾਰੀ ਇੰਜ ਮਹਿਸੂਸ ਕਰਦਾ ਹੈ ਕਿ ਕੁਛ ਨਹੀਂ ਹੋ ਰਿਹਾ। ਜਰਾ ਇਮਾਨਦਾਰੀ ਨਾਲ ਆਪਣੇ ਮਨ ਵਿੱਚ ਵਿਚਾਰਿਓ ਕਿ ਹੁਣ ਤੱਕ ਕਿੰਨੇ ਸਾਲ ਹੋ ਗਏ ਸੰਗਤ ਕਰਦਿਆਂ, ਕਿੰਨੇ ਸਾਲ ਹੋ ਗਏ ਕੀਰਤਨ ਕਥਾ ਸੁਣਦਿਆਂ, ਕਿੰਨੇ ਸਾਲ ਹੋ ਗਏ ਪਾਠ ਕਰਦਿਆਂ। ਇਮਾਨਦਾਰੀ ਨਾਲ ਆਪਣੇ ਆਪ ਦੇ ਮਨ ਵਿੱਚ ਵਿਚਾਰਨਾ, ਕੁਛ ਪ੍ਰਾਪਤੀ ਹੋਈ? ਕੀ ਖੱਟਿਆ? ਕਈ ਵਾਰੀ ਬੰਦੇ ਨੂੰ ਐਸਾ ਲੱਗਦਾ ਹੈ ਕਿ ਕੁਛ ਨਹੀਂ ਹੈ, ਕੋਈ ਰਸ ਤਾਂ ਹੈ ਹੀ ਨਹੀਂ, ਕੋਈ ਆਨੰਦ ਤਾਂ ਨਹੀਂ, ਛੱਡੋ, ਕੁਛ ਨਹੀਂ ਪਿਆ ਇਹਦੇ ਵਿੱਚ। ਬੰਦਾ ਛੱਡ ਕੇ ਪਾਸੇ ਹੋ ਜਾਂਦਾ ਹੈ। ਇਹ ਇੱਕ ਐਸਾ ਮੋੜ ਹੁੰਦਾ ਹੈ, ਇੱਥੇ ਆ ਕੇ ਬੰਦਾ ਜਾਂ ਤਾਂ ਧਾਰਮਿਕ ਹੋ ਸਕਦਾ ਹੈ ਜਾਂ ਅਧਾਰਮਿਕ, ਆਸਤਕ ਹੋ ਸਕਦਾ ਹੈ ਜਾਂ ਨਾਸਤਕ। ਇੱਥੇ ਇੱਕ ਐਸਾ ਮੋੜ ਹੁੰਦਾ ਹੈ, ਕਿਉਂਕਿ ਬੰਦਾ ਕਹਿੰਦਾ ਜੀ ਮੈਂ ਇੰਨੇ ਸਾਲ ਹੋ ਗਏ ਕਰਦਿਆਂ ਕੁਛ ਹੋਇਆ ਹੀ ਨਹੀਂ, ਕੁਛ ਨਹੀਂ ਹੈ ਜੀ, ਧਰਮ ਸਥਾਨਾਂ ਵਿੱਚ, ਮੰਦਰਾਂ ਗੁਰਦੁਆਰਿਆਂ ਵਿੱਚ ਕੁਛ ਨਹੀਂ, ਕੋਈ ਰੱਬ ਨਹੀਂ ਹੁੰਦਾ, ਕੁਛ ਨਹੀਂ, ਕਿਉਂਕਿ ਮੈਂ ਕਰਕੇ ਦੇਖ ਲਿਆ। ਜਾਣਨਾ ਇਸ ਨੂੰ ਕਿ ਬੰਦੇ ਦਾ ਮਨ ਉਚਾਟ ਕਿਉਂ ਹੋਇਆ, ਉਹਦਾ ਰਸ ਕਿਉਂ ਨਹੀਂ ਆਇਆ। ਕਿਉਂਕਿ ਜੇ ਰਸ ਆ ਗਿਆ ਤਾਂ ਫਿਰ ਗੱਲ ਬਣ ਗਈ। ਸਾਡੇ ਢੰਗ ਵਿੱਚ, ਸਾਡੇ ਤਰੀਕੇ ਵਿੱਚ ਫਰਕ ਹੋ ਸਕਦਾ ਹੈ। ਹੋ ਸਕਦਾ ਹੈ ਜੋ ਅਸੀਂ ਢੰਗ ਅਪਣਾਇਆ ਹੋਵੇ ਉਹ ਸਹੀ ਨਾ ਹੋਵੇ, ਜਿਹੜਾ ਰਾਹ ਅਸੀਂ ਫੜਿਆ ਹੋਵੇ ਉਹ ਰਾਹ ਸਾਨੂੰ ਉੱਥੇ ਪਹੁੰਚਾਉਂਦਾ ਹੀ ਨਾ ਹੋਵੇ, ਉਹ ਰਸਤਾ ਹੀ ਗਲਤ ਹੋਵੇ। ਵਿਧੀ ਐਡੀਸਨ ਨੇ ਬਲਬ ਦੀ ਖੋਜ ਕੀਤੀ। ਸਾਡੇ ਘਰਾਂ ਵਿੱਚ ਜੋ ਚਾਨਣ ਹੁੰਦਾ ਹੈ, ਉਸ ਬਲਬ ਰਾਹੀਂ ਉਹਨੇ ਉਸ ਲਾਈਟ ਦੀ ਖੋਜ ਕਰੀ, ਬਲਬ ਦੀ। ਉਸਨੇ ਪਤਾ ਨਹੀਂ ਕਿੰਨੀ ਕੁ ਵਾਰੀ ਪ੍ਰਯੋਗ ਕੀਤੇ, ਕਿੰਨੀ ਕੁ ਵਾਰੀ, ਗਿਣਤੀ ਨਹੀਂ।
ਪਰ ਉਹ ਜਦੋਂ ਰੋਜ਼ ਨਵੇਂ ਸਿਰੇ ਤੋਂ ਪ੍ਰਯੋਗ ਕਰਦਾ, ਹੁਣ ਕੱਲ ਜਿਹੜਾ ਕੀਤਾ ਸੀ ਉਹ ਗਲਤ ਹੋ ਗਿਆ ਕਿਉਂਕਿ ਗੱਲ ਬਣੀ ਨਹੀਂ, ਪਰ ਉਹ ਜਦੋਂ ਦੂਸਰੇ ਦਿਨ ਕਰਦਾ, ਦੂਸਰੇ ਦਿਨ ਨਵੇਂ ਸਿਰੇ ਤੋਂ ਨਵੀਂ ਵਿਧੀ ਨਾਲ, ਨਵੇਂ ਢੰਗ ਨਾਲ, ਨਵੀਂ ਜੋ ਉਹਦੀ ਕਾਊਂਟਿੰਗ ਸੀ ਉਹਦੇ ਹਿਸਾਬ ਨਾਲ ਜਦੋਂ ਦੁਬਾਰਾ ਕਰਦਾ ਤਾਂ ਬੜੇ ਉਤਸ਼ਾਹ ਨਾਲ, ਜਦੋਂ ਉਹ ਵੀ ਫੇਲ ਹੋ ਜਾਂਦਾ ਫਿਰ ਦੂਸਰੇ ਦਿਨ, ਤੀਸਰੇ ਦਿਨ ਫਿਰ ਨਵੇਂ ਸਿਰੇ ਤੋਂ, ਚੌਥੇ ਦਿਨ ਫਿਰ ਨਵੇਂ ਸਿਰੇ ਤੋਂ, ਰੋਜ਼ ਨਵੇਂ ਸਿਰੇ ਤੋਂ। ਪਰ ਕਦੇ ਉਹ ਨਿਰਾਸ਼ ਨਹੀਂ ਹੋਇਆ, ਕਦੇ ਉਦਾਸ ਨਹੀਂ ਹੋਇਆ। ਜਦੋਂ ਇੱਕ ਦਿਨ ਉਸ ਨੇ ਆਪਣਾ ਪ੍ਰਯੋਗ ਕਰ ਲਿਆ, ਉਹ ਸਫਲ ਹੋ ਗਿਆ, ਉਸਨੇ ਬਲਬ ਬਣਾ ਲਿਆ। ਜਦੋਂ ਉਹ ਬਣ ਗਿਆ ਤਾਂ ਉਸਨੇ ਦੱਸਿਆ, ਕਿਹਾ ਕਿ ਜਿਹੜੀਆਂ ਹੁਣ ਤੱਕ ਮੈਂ 1000 ਤਰ੍ਹਾਂ ਦੀਆਂ ਵਿਧੀਆਂ ਜਾਂ ਢੰਗ ਵਰਤੇ ਉਹ ਸਾਰੇ ਗਲਤ ਸੀ, ਅਸਲ ਢੰਗ ਆਹੀ ਸੀ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਹੀ ਬਲਬ ਬਣਨਾ ਸੀ, ਉਹ ਬਣ ਗਿਆ। ਸਾਡੀਆਂ ਵਿਧੀਆਂ, ਸਾਡੇ ਢੰਗ ਗਲਤ ਹੋ ਸਕਦੇ ਨੇ, ਜਿਸ ਕਰਕੇ ਹਾਲੇ ਤੱਕ ਕੁਝ ਹੋਇਆ ਨਹੀਂ, ਹਾਲੇ ਤੱਕ ਸਾਡੇ ਜੀਵਨ ਵਿੱਚ ਰੌਸ਼ਨੀ ਨਹੀਂ ਹੋਈ, ਚਾਨਣ ਨਹੀਂ ਹੋਇਆ। ਸਾਡਾ ਢੰਗ ਠੀਕ ਨਹੀਂ, ਬਸ ਉਹ ਇੱਕ ਵਿਧੀ ਹੈ, ਉਹ ਇੱਕ ਢੰਗ, ਇਸ ਲਈ ਉਹ ਵਾਰ-ਵਾਰ ਕਰਨਾ ਹੀ ਪਵੇਗਾ। ਇਸ ਕਰਕੇ ਤਾਂ ਵਾਰ-ਵਾਰ ਸਿਮਰਨ, ਬਾਰ-ਬਾਰ ਬਾਣੀ, ਬਾਰ-ਬਾਰ ਉਹੀ ਚੀਜ਼ਾਂ ਰਿਪੀਟ ਕਰਦੇ ਹਾਂ, ਬਾਰ-ਬਾਰ। ਕਿਉਂ? ਕਿ ਉਹ ਢੰਗ ਮਿਲ ਜਾਏ ਸਾਨੂੰ ਇੱਕ, ਕਿ ਬਸ ਉਹਦੇ ਨਾਲ ਜੁੜ ਜਾਈਏ ਕਿਸੇ ਤਰ੍ਹਾਂ, ਪ੍ਰਕਾਸ਼ ਹੋ ਜਾਏ ਸਾਡੇ ਜੀਵਨ ਵਿੱਚ ਕਿਸੇ ਤਰ੍ਹਾਂ। ਇਸ ਲਈ ਜਿਸ ਦਿਨ ਗੱਲ ਬਣ ਗਈ ਫਿਰ ਸਾਨੂੰ ਪਤਾ ਲੱਗੇਗਾ ਕਿ ਕਿਹੜੀਆਂ ਚੀਜ਼ਾਂ ਮੈਂ ਗਲਤ ਕਰਦਾ ਰਿਹਾ। ਹਾਲੇ ਗਲਤ ਵੀ ਗਲਤ ਨਹੀਂ ਲੱਗਦਾ ਕਿਉਂਕਿ ਹਾਲੇ ਪਹੁੰਚੇ ਨਹੀਂ, ਹਾਲੇ ਪਹੁੰਚੇ ਨਹੀਂ। ਸਤਿਗੁਰੂ ਕਹਿੰਦੇ ਜਿਸ ਦਿਨ ਮਨ ਹਰ ਜਪ ਮੀਠਾ ਲੱਗੈ, ਜਿਸ ਦਿਨ ਉਹ ਮਿੱਠਾ ਲੱਗਣ ਲੱਗਿਆ, ਪਿਆਰਾ ਲੱਗਣ ਲੱਗਿਆ, ਜਿਸ ਦਿਨ ਬੋਰਡਮ ਨਾ ਲੱਗਿਆ, ਬੋਰਿੰਗ ਨਾ ਲੱਗਿਆ, ਉਸ ਦਿਨ ਕਿ ਆਨੰਦਦਾਈ ਪ੍ਰਤੀਤ ਹੋਇਆ। ਕਥਾ ਕੀਰਤਨ ਸੁਣਨਾ, ਕਰਨਾ ਆਨੰਦਮਈ, ਆਨੰਦਮਈ ਲੱਗਿਆ ਕਿ ਬੜਾ ਆਨੰਦ ਹੈ। ਮੇਰੇ ਕਹੇ ਤੇ ਨਹੀਂ, ਕਿਸੇ ਦੇ ਕਹੇ ਤੇ ਨਹੀਂ, ਕਿਸੇ ਦੇ ਸੁਣੇ ਸੁਣਾਏ ਨਹੀਂ, ਆਪਣੇ ਅਨੁਭਵ ਨਾਲ ਜਿਸ ਦਿਨ ਤੁਸੀਂ ਜਾਣੋਗੇ ਕਿ ਬੜਾ ਆਨੰਦ ਆ ਰਿਹਾ ਹੈ। ਝੂਠਾ ਨਾ ਹੋਵੇ, ਇਹ ਵੀ ਸਮਝ ਲੈਣਾ। ਕਈ ਵਾਰੀ ਵੈਸੇ ਹੀ ਬੰਦੇ ਨੂੰ ਲੱਗਦਾ ਕਿ ਜੀ ਹਾਂ, ਨਹੀਂ, ਸਿਰਫ ਕੰਪੋਜੀਸ਼ਨ ਸੁਣ ਕੇ, ਸਿਰਫ ਟਿਊਨਿੰਗ ਸੁਣ ਕੇ ਨਾ ਕਹਿ ਦੇਣਾ ਕਿ ਜੀ ਹਾਂ ਬਾਜਾ ਬੜਾ ਸੋਹਣਾ ਵੱਜਿਆ ਜੀ, ਮਨ ਝੂਮ ਉੱਠਿਆ। ਉਹ ਨਹੀਂ, ਉਹ ਤਾਂ ਜਦੋਂ ਹਾਰਮੋਨੀਅਮ ਬੰਦ ਹੋਇਆ ਤੁਹਾਡਾ ਆਨੰਦ ਗਿਆ। ਮਿਊਜ਼ਿਕ ਕਮਾਲ ਨਹੀਂ, ਕਿਉਂਕਿ ਉਹ ਤਾਂ ਬਸ ਸਿਰਫ ਮਿਊਜ਼ਿਕ ਨਾਲ ਹੈ। ਮਿਊਜ਼ਿਕ ਹੈ ਤੇ ਬਸ ਠੀਕ ਹੈ, ਮਿਊਜ਼ਿਕ ਨਹੀਂ ਹੈ ਤਾਂ ਨਹੀਂ ਹੈ। ਕਿ ਜਦੋਂ ਤੱਕ ਬੀਟ ਚੱਲਦੀ ਹੈ ਬੰਦਾ ਨੱਚੀ ਜਾਂਦਾ, ਨੱਚੀ ਜਾਂਦਾ, ਬੀਟ ਖਤਮ ਹੋਈ, ਢੋਲ ਦਾ ਡਗਾ ਬੰਦ ਹੋਇਆ, ਬਹਿ ਗਿਆ ਚੁੱਪ ਕਰਕੇ, ਉਹ ਬੜਾ ਆਨੰਦ ਨਹੀਂ। ਕਿ ਬੀਟ ਹੋਵੇ ਜਾਂ ਨਾ ਹੋਵੇ, ਕੰਪੋਜੀਸ਼ਨ ਹੋਵੇ ਜਾਂ ਨਾ ਹੋਵੇ, ਕੋਈ ਤਾਲ ਵੱਜ ਰਿਹਾ ਹੋਵੇ ਜਾਂ ਨਾ ਵੱਜ ਰਿਹਾ ਹੋਵੇ, ਤੁਹਾਡਾ ਮਨ ਝੂਮ ਰਿਹਾ ਹੈ। ਅਸਲ ਆਨੰਦ ਇੱਥੇ ਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਮਿੱਠਾ ਲੱਗੇਗਾ। ਫਿਰ ਮਨ ਹਰ ਜਪ ਮੀਠਾ ਲੱਗੈ ਭਾਈ, ਗੁਰਮੁਖ ਪਾਏ ਥਾਏ। ਗੁਰੂ ਦੇ ਸਨਮੁਖ ਜੁੜਿਆ ਸਾਡਾ ਨਾਮ ਜਪਣਾ, ਸਾਡਾ ਸੇਵਾ ਕਰਨਾ ਥਾਂ ਪੈ ਜਾਂਦਾ ਹੈ, ਕਬੂਲ ਪੈ ਜਾਂਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਫਿਰ ਗੁਰੂ ਕੀ ਕਰ ਦਿੰਦਾ ਹੈ? ਸਤਿਗੁਰ ਮਿਲਿਆ ਉਲਟੀ ਪਈ ਭਾਈ, ਗੁਰੂ ਦੇ ਨਾਲ ਮਿਲਿਆ ਉਲਟੀ ਖੇਡ ਵਾਪਰ ਜਾਂਦੀ, ਪੁੱਠੀ, ਜੋ ਅਸੀਂ ਸੋਚਿਆ ਨਹੀਂ, ਜੋ ਅਸੀਂ ਜਾਣਿਆ ਨਹੀਂ।
ਕਿਉਂਕਿ ਅਸੀਂ ਸਿੱਧਾ ਸਿੱਧਾ ਚੱਲਦੇ ਹਾਂ। ਪਰ ਜਦੋਂ ਗੁਰੂ ਨਾਲ ਚੱਲਦੇ ਹਾਂ ਤਾਂ ਖੇਡ ਕਹਾਣੀ ਉਲਟੀ ਹੁੰਦੀ ਦੂਸਰੇ ਪਾਸੇ ਤੋਂ। ਇਹ ਸਮਝੋ ਕਿ ਜੋ ਵੀ ਅਸੀਂ ਮੰਨਿਆ ਹੋਇਆ, ਜੋ ਵੀ ਅਸੀਂ ਜਾਣਿਆ ਹੋਇਆ, ਉਸ ਤੋਂ ਬਿਲਕੁਲ ਉਲਟੇ ਪਾਸੇ ਨੂੰ ਹੋ ਜਾਓ। ਬਿਲਕੁਲ ਐਸਾ ਕਿ ਸੰਸਾਰ ਦੇ ਸਾਰੇ ਲੋਕ ਪੈਰਾਂ ਦੇ ਭਾਰ ਤੁਰਦੇ, ਬਸ ਇੱਕ ਇਕੱਲਾ ਬੰਦਾ ਉਹ ਸਿਰ ਦੇ ਭਾਰ ਹੋ ਗਿਆ। ਸਿਰਫ ਮੈਂ ਉਦਾਹਰਨ ਲਈ ਕਹਿ ਰਿਹਾ ਕਿ ਸਭ ਨਾਲੋਂ ਉਲਟ ਹੋ ਗਿਆ, ਕਿ ਦੁਨੀਆ ਸਭ ਪੱਛਮ ਵੱਲ ਨੂੰ ਜਾ ਰਹੀ ਹੈ, ਬਸ ਇਹ ਇਕੱਲਾ ਪੂਰਬ ਵੱਲ ਨੂੰ ਤੁਰ ਪਿਆ। ਕਿ ਸਭ ਪੈਸੇ ਵੱਲ ਨੂੰ ਦੌੜ ਰਹੇ, ਚੀਜ਼ਾਂ ਵੱਲ ਨੂੰ ਦੌੜ ਰਹੇ, ਰੂਪ ਰੰਗ ਵੱਲ ਨੂੰ ਦੌੜ ਰਹੇ, ਕਾਮ ਕ੍ਰੋਧ ਵੱਲ ਨੂੰ ਦੌੜ ਰਹੇ, ਬਸ ਇੱਕ ਇਕੱਲਾ ਉਹ ਸਭ ਕਾਸੇ ਤੋਂ ਉਲਟ ਵੱਖਰਾ ਹੋ ਤੁਰਿਆ, ਉਲਟੀ ਪਈ, ਦੁਨੀਆ ਦੇ ਮਾਰਗ ਤੋਂ ਵੱਖਰਾ ਹੋ ਗਿਆ। ਦੁਨੀਆ ਦੇ ਮਾਰਗ ਤੋਂ ਕਿ ਵਹੀਰ ਜਾ ਰਹੀ ਸੀ, ਲੋਕਾਂ ਦਾ ਭੀੜ ਜਾ ਰਹੀ, ਲੋਕਾਂ ਦੀ ਭੀੜ ਦੁਨੀਆ ਦੀ ਕਿੱਧਰ ਨੂੰ ਜਾ ਰਹੀ ਹੈ? ਮਾਇਆ ਵੱਲ ਨੂੰ, ਸੰਸਾਰ ਵੱਲ ਨੂੰ, ਪੈਸਾ ਇਕੱਠਾ ਕਰਨ ਨੂੰ, ਰੂਪ ਰੰਗ ਵਾਸਨਾਵਾਂ ਭੋਗਣ, ਇੱਧਰ ਨੂੰ ਤਾਂ ਦੁਨੀਆ ਤੁਰੀ ਹੈ। ਉਸ ਤੋਂ ਵੱਖਰਾ ਉਲਟੇ ਪਾਸੇ ਨੂੰ ਚੱਲ ਪਿਆ। ਉਸ ਤੋਂ ਜਦੋਂ ਤੁਸੀਂ ਸੰਸਾਰ ਦੇ ਲੋਕਾਂ ਨਾਲ ਮਿਲ ਕੇ ਨਹੀਂ ਚੱਲਦੇ, ਵੱਖਰਾ ਚੱਲਦੇ ਹੋ, ਤਾਂ ਫਿਰ ਲੋਕੀ ਤੁਹਾਨੂੰ ਕਮਲਾ ਕਹਿੰਦੇ ਨੇ। ਇਹ ਤਾਂ ਜੀ ਵੱਖਰਾ ਹੀ ਹੈ ਜੀ ਦੁਨੀਆ ਨਾਲੋਂ, ਇਹ ਅਲੱਗਾ ਹੀ ਚੱਲਦਾ, ਇਹ ਤਾਂ ਕਿਸੇ ਨਾਲ ਰਲਦਾ ਹੀ ਨਹੀਂ। ਰਲਦਾ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਹੰਕਾਰੀ ਹੈ, ਕਿ ਤੁਹਾਡੇ ਨਾਲ ਬਹਿਣਾ ਨਹੀਂ ਚਾਹੁੰਦਾ। ਉਹ ਸਾਡੇ ਵਾਲੇ ਕਰਮ ਨਹੀਂ ਕਰਦਾ। ਕਿਰਤ ਹੋ ਸਕਦਾ ਉਹਦੀ ਸਾਡੇ ਵਰਗੀ ਹੀ ਹੋਵੇ, ਦੁਕਾਨ ਹੋ ਸਕਦਾ ਸਾਡੇ ਵਾਂਗੂ ਹੀ ਕਰਦਾ ਹੋਵੇ, ਪਰ ਉਹਦਾ ਢੰਗ ਸਾਡੇ ਜੈਸਾ ਨਹੀਂ ਹੈ। ਜਿਵੇਂ ਗੁਰੂ ਨਾਨਕ ਸਾਹਿਬ ਮੋਦੀ ਦੀ ਕਾਰ ਕਰਦੇ ਨੇ, ਮੋਦੀ ਦੀ ਕਾਰ ਉਹਨਾਂ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਕੀਤੀ, ਤੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਵੀ ਬਹੁਤ ਸਾਰੇ ਨੇ ਕੀਤੀ, ਪਰ ਗੁਰੂ ਨਾਨਕ ਸਾਹਿਬ ਨੇ ਢੰਗ ਦਿੱਤਾ ਨਵਾਂ ਕਿ ਇਸ ਤਰ੍ਹਾਂ ਕਰੀਦੀ ਹੈ, ਕਿ ਉਹ ਕਿਰਤ ਹੀ ਕੀਰਤੀ ਹੋ ਗਈ ਉਹਨਾਂ ਦੀ। ਸਤਿਗੁਰੂ ਕਹਿੰਦੇ ਇਸ ਢੰਗ ਨਾਲ ਕਿ ਉਲਟੇ ਪਾਸੇ ਨੂੰ ਉਹ ਸਭ ਕੁਝ ਲੁਟਾ ਕੇ ਵੀ ਵਾਧੇ ਵਿੱਚ ਜਾਂਦਾ। ਗੁਰੂ ਨਾਨਕ ਸਾਹਿਬ ਨੇ ਸਭ ਲੁਟਾ ਦਿੱਤਾ ਮੋਢੀ ਖਾਨਾ, ਪਰ ਫਿਰ ਵੀ ਵਾਧੇ ਵਿੱਚ, ਘਾਟੇ ਵਿੱਚ ਫਿਰ ਵੀ ਨਹੀਂ, ਫਿਰ ਵੀ ਵਾਧੇ ਵਿੱਚ ਗਏ, ਘਾਟਾ ਪਿਆ ਹੀ ਨਹੀਂ। ਦੁਨੀਆ ਨੂੰ ਨਜ਼ਰ ਆਉਂਦਾ ਕਿ ਘਾਟਾ ਹੈ, ਕਿ ਇਹ ਬੰਦਾ ਤਾਂ ਲੁਟਾਈ ਜਾਂਦਾ ਜੀ, ਇਹ ਤਾਂ ਉਹਨਾਂ ਨੂੰ ਵੀ ਦੇਈ ਜਾਂਦਾ ਜਿਹੜੇ ਪੈਸੇ ਵੀ ਨਹੀਂ ਲੈ ਕੇ ਆਉਂਦੇ। ਇਸ ਲਈ ਦੁਨੀਆ ਨਾਲੋਂ ਉਲਟ ਸਤਿਗੁਰ ਮਿਲਿਆ, ਉਲਟੀ ਪਈ ਭਾਈ, ਜੀਵਤ ਮਰੈ ਤਾਂ ਬੂਝ ਪਾਏ, ਜਿਉਂਦੇ ਜੀ ਮਰੋਗੇ ਤਾਂ ਬੂਝੋਗੇ, ਜੀਵਤ ਮਰੈ ਤਾਂ ਬੂਝ ਪਾਏ। ਸਤਿਗੁਰੂ ਕਹਿੰਦੇ ਜੇ ਮਾਰ ਲਵੇ ਬੰਦਾ ਆਪਣੇ ਆਪ ਨੂੰ ਤਾਂ ਬੁੱਝੇਗਾ, ਮੈਂ ਨੂੰ ਮਾਰੋਗੇ ਤਾਂ ਸੋਝੀ ਆਏਗੀ, ਮੈਂ ਦੇ ਮਰੇ ਬਿਨਾਂ ਗੱਲ ਬਣਦੀ ਨਹੀਂ, ਕਿਉਂਕਿ ਉਸ ਇੱਕ ਤੋਂ ਬਿਨਾਂ ਕੋਈ ਹੋਰ ਹੈ ਨਹੀਂ। ਉਸ ਇੱਕ ਨੇ ਹੀ ਹਮੇਸ਼ਾ ਰਹਿਣਾ ਹੈ, ਉਸ ਇੱਕ ਦਾ ਹੀ ਸਾਰਾ ਕੁਛ ਹੈ, ਤਾਂ ਫਿਰ ਸਾਡੀ ਕੀ ਪਾਇਆ ਹੈ? ਅਸੀਂ ਹੋਈਏ ਜਾਂ ਨਾ ਹੋਈਏ ਕੀ ਫਰਕ ਪੈਂਦਾ ਹੈ? ਸਾਡੇ ਹੋਣ ਜਾਂ ਨਾ ਹੋਣ ਨਾਲ ਸੰਸਾਰ ਦਾ ਬਹੁਤ ਕੁਛ ਲਾਭ ਹੋ ਜਾਂਦਾ ਹੈ ਜਾਂ ਨੁਕਸਾਨ ਹੋ ਜਾਂਦਾ ਹੈ। ਬੜੇ ਬੜੇ ਕਹਿੰਦੇ ਕਹਾਉਂਦੇ ਲੋਕ ਦੁਨੀਆ ਨੂੰ ਚਲਾਉਣ ਵਾਲੇ ਆਏ ਤੇ ਤੁਰ ਗਏ। ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਤੋਂ ਬਿਨਾਂ ਕਿਵੇਂ ਚੱਲੇਗਾ, ਪਰ ਉਹ ਚਲੇ ਗਏ, ਦੁਨੀਆ ਚੱਲੀ ਜਾਂਦੀ ਹੈ। ਇਸ ਲਈ ਸਤਿਗੁਰੂ ਕਹਿੰਦੇ ਜਦੋਂ ਬੰਦਾ ਇਸ ਗੱਲ ਨੂੰ ਸਮਝ ਲੈਂਦਾ ਹੈ, ਆਪਣੇ ਆਪ ਨੂੰ ਮਾਰ ਲੈਂਦਾ ਹੈ, ਮੈਂ ਨੂੰ ਮਾਰ ਲੈਂਦਾ ਹੈ, ਵਿਸ਼ਿਆਂ ਵੱਲੋਂ, ਵਿਕਾਰਾਂ ਵੱਲੋਂ ਉਹਨੇ ਮਾਰ ਲਿਆ ਖੁਦ ਨੂੰ,
ਕੋਈ ਪਰਵਾਹ ਹੀ ਨਹੀਂ ਹੈ ਉਸ ਨੂੰ ਹੁਣ ਕਿਸੇ ਦੀ। ਕੋਈ ਉਹਨੂੰ ਮੰਦਾ ਬੋਲ ਦੇਵੇ, ਕੋਈ ਚੰਗਾ ਬੋਲ ਦੇ, ਕੋਈ ਫੁੱਲਾਂ ਦਾ ਹਾਰ ਪਾ ਦੇ, ਕੋਈ ਜੁੱਤੀਆਂ ਦਾ ਹਾਰ ਪਾ ਦੇ, ਉਹ ਚੁੱਪਚਾਪ ਲੰਘ ਜਾਂਦਾ। ਕੋਈ ਉਹਦੇ ਰਾਹ ਵਿੱਚ ਫੁੱਲ ਵਿਛਾ ਦੇ ਜਾਂ ਕੰਡੇ ਵਿਛਾ ਦੇ, ਉਹ ਦੋਨਾਂ ਤੋਂ ਗੁਜ਼ਰ ਜਾਂਦਾ। ਫੁੱਲਾਂ ਦੇ ਨੂੰ ਦੇਖ ਕੇ ਖੁਸ਼ੀ ਨਹੀਂ ਹੋਈ, ਕੰਡਿਆਂ ਨੂੰ ਦੇਖ ਕੇ ਗਮ ਨਹੀਂ ਹੋਇਆ, ਦੁੱਖ ਨਹੀਂ ਹੋਇਆ ਕਿ ਕਿੱਡੇ ਨਿਰਦਈ ਲੋਕ ਮੇਰੇ ਰਾਹ ਵਿੱਚ ਕੰਡੇ ਵਿਛਾਏ। ਫੁੱਲਾਂ ਨੂੰ ਦੇਖ ਕੇ ਉਹਨੇ ਇਹ ਵੀ ਨਹੀਂ ਕਿਹਾ ਅੱਛਾ ਇੰਨੇ ਭਲੇ ਲੋਕ ਮੇਰੇ ਰਾਹ ਵਿੱਚ ਫੁੱਲ ਵਿਛਾਉਂਦੇ, ਕੁਛ ਵੀ ਨਹੀਂ। ਕੰਡੇ ਵਿਛਾਉਣ ਵਾਲਿਆਂ ਲਈ ਵੀ ਕੁਛ ਨਹੀਂ ਤੇ ਫੁੱਲ ਵਿਛਾਉਣ ਵਾਲਿਆਂ ਲਈ ਵੀ ਕੁਛ ਨਹੀਂ। ਬਸ ਇੱਕ ਸਾਰਤਾ, ਇੱਕ ਸਾਰਤਾ, ਸਭ ਦਾ ਭਲਾ, ਕਿ ਕੰਡੇ ਵਿਛਾਉਣ ਵਾਲੇ ਦਾ ਭਲਾ ਹੋਵੇ ਤੇ ਫੁੱਲ ਵਿਛਾਉਣ ਵਾਲੇ ਦਾ ਵੀ ਭਲਾ ਹੋਵੇ। ਬਸ ਸਤਿਗੁਰੂ ਕਹਿੰਦੇ ਇਸ ਢੰਗ ਨਾਲ ਉਹ ਜੀਵਤ ਮਰ ਗਿਆ। ਜੀਵਤ ਮਰਿਆ ਤਾਂ ਬੂਝ ਪਾਏ, ਜੀਵਤ ਮਰਿਆ ਤਾਂ ਬੁੱਝ ਗਿਆ, ਸਮਝ ਆ ਗਈ। ਸੋ ਗੁਰੂ ਸੋ ਸਿੱਖ ਹੈ ਭਾਈ। ਕੌਣ? ਜਿਸ ਜੋਤੀ ਜੋਤ ਮਿਲਾਏ, ਜਿਹਦੀ ਜੋਤ ਵਾਹਿਗੁਰੂ ਵਿੱਚ ਮਿਲ ਗਈ, ਜਿਹੜਾ ਉਹਦੇ ਵਿੱਚ ਇੱਕਮਿਕ ਹੋਇਆ, ਉਹਦੇ ਵਿੱਚ ਲੀਨ ਹੋਇਆ, ਉਹੀ ਗੁਰੂ ਤੇ ਉਹੀ ਗੁਰੂ ਦਾ ਸਿੱਖ। ਇਸ ਲਈ ਲੀਨਤਾ ਦਾ ਹੋਣਾ ਬੜਾ ਲਾਜ਼ਮੀ ਹੈ ਕਿ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਗਏ, ਉਹਦੇ ਕੀਰਤਨ ਵਿੱਚ, ਉਹਦੀ ਕਥਾ ਵਿੱਚ, ਉਹਦੇ ਪਾਠ ਵਿੱਚ, ਉਹਦੇ ਸਿਮਰਨ ਵਿੱਚ ਲੀਨ ਹੋ ਗਏ। ਚੇਤਾ ਹੀ ਨਹੀਂ ਰਿਹਾ ਖੁਦ ਦਾ, ਯਾਦ ਹੀ ਨਹੀਂ ਰਿਹਾ, ਭੁੱਲ ਹੀ ਗਿਆ ਕਿ ਮੇਰਾ ਕੋਈ ਘਰ ਵੀ ਹੈ। ਹਾਂ, ਇੱਥੋਂ ਬਾਹਰ ਨਿਕਲੋ ਤੇ ਤੁਹਾਨੂੰ ਯਾਦ ਆਵੇ ਕਿ ਹਾਂ ਮੈਂ ਘਰ ਜਾਣਾ ਹੈ। ਚੇਤਾ ਹੀ ਭੁੱਲ ਜਾਏ ਕਿ ਮੇਰੀ ਜੇਬ ਦੇ ਵਿੱਚ ਕੁਝ ਪੈਸੇ ਨੇ ਜਾਂ ਮੋਬਾਈਲ ਫੋਨ ਹੈ, ਜਾਂ ਉਹ ਵੱਜ ਰਿਹਾ ਜਾਂ ਨਹੀਂ ਵੱਜ ਰਿਹਾ, ਧਿਆਨ ਹੀ ਨਹੀਂ। ਸਾਡਾ ਫੋਨ ਨਾ ਵੀ ਵੱਜਦਾ ਹੋਵੇ ਅਸੀਂ ਤਾਂ ਵੀ ਹੱਥ ਮਾਰ ਮਾਰ ਦੇਖਦੇ ਰਹਿੰਦੇ ਕਿਤੇ ਵੱਜਿਆ ਤੇ ਨਹੀਂ। ਸਭ ਦੁਨੀਆ ਭੁੱਲ ਗਈ, ਸਭ ਭੁੱਲ ਗਿਆ, ਖੁਦ ਨੂੰ ਵੀ ਭੁਲਾ ਬੈਠਾ। ਸਿਰਫ ਉਹੀ ਇੱਕ ਯਾਦ ਜਿਹਦੇ ਵਿੱਚ ਲੀਨ ਹੋਇਆ। ਜਦੋਂ ਨਦੀ ਸਾਗਰ ਵਿੱਚ ਮਿਲਦੀ ਤਾਂ ਕੀ ਨਦੀ ਨੂੰ ਆਪਣਾ ਆਪ ਯਾਦ ਰਹਿੰਦਾ ਹੋਏਗਾ? ਜਰਾ ਨਦੀ ਦੇ ਹਿਸਾਬ ਨਾਲ ਸੋਚ ਕੇ ਵੇਖੋ। ਨਦੀ ਬੜਾ ਦੂਰੋਂ ਸਫ਼ਰ ਆਰੰਭ ਕੀਤਾ ਉਹਨੇ, ਪਹਾੜਾਂ ਦੀਆਂ ਕੰਧਰਾਂ ਵਿੱਚੋਂ ਨਿਕਲੀ, ਛੋਟੇ ਛੋਟੇ ਝਰਨੇ ਸੀ, ਧਾਰਾਂ, ਛੋਟੀਆਂ ਛੋਟੀਆਂ ਧਾਰਾਂ, ਤੇ ਉਹ ਛੋਟੀਆਂ ਛੋਟੀਆਂ ਧਾਰਾਂ ਆਪਸ ਵਿੱਚ ਮਿਲੀਆਂ ਤੇ ਦਰਿਆ ਬਣੀਆਂ, ਨਦੀ ਬਣੀਆਂ। ਤੇ ਉਹ ਨਦੀ ਫਿਰ ਅਗਾਂਹ ਹੋਰ ਕਈ ਦਰਿਆਵਾਂ ਦੇ ਵਿੱਚ ਮਿਲੀ। ਜਿਵੇਂ ਆਪਾਂ ਕਹਿੰਦੇ ਪੱਤਣ, ਹਰੀ ਕਾ ਪੱਤਣ, ਜਿੱਥੇ ਦਰਿਆ ਮਿਲਦੇ ਨੇ ਆ ਕੇ, ਸੰਗਮ, ਜਿੱਥੇ ਦੋ ਦਰਿਆ ਰਲਦੇ ਹੋਣ। ਤੇ ਉਹ ਦੋ ਦਰਿਆ ਰਲ ਕੇ, ਜਿਵੇਂ ਪੰਜਾਬ ਦੇ ਦਰਿਆ, ਇਹ ਸਭ ਕਿੱਥੇ ਜਾ ਰਲਦੇ? ਸਿੰਧ ਨਦੀ ਵਿੱਚ ਜਾ ਰਲਦੇ। ਤੇ ਸਿੰਧ ਨਦੀ ਵਿੱਚ ਰਲ ਕੇ ਫਿਰ ਕਿੱਥੇ ਪਹੁੰਚਦੇ? ਸਾਗਰ ਵਿੱਚ। ਤੇ ਜਦੋਂ ਸਾਗਰ ਵਿੱਚ ਡਿੱਗਦਾ ਹੈ ਦਰਿਆ, ਤਾਂ ਫਿਰ ਸਾਗਰ ਦੇ ਵਿੱਚ ਡਿੱਗ ਕੇ ਉਸ ਨੂੰ ਖੁਦ ਦਾ ਯਾਦ ਨਹੀਂ ਰਹਿੰਦਾ ਕਿ ਉਹ ਕੌਣ ਸੀ, ਕਿੱਥੋਂ ਪੈਦਾ ਹੋਇਆ ਸੀ, ਉਹਦਾ ਪਿਛੋਕੜ ਕੀ, ਕੁਛ ਨਹੀਂ ਯਾਦ ਉਹਨੂੰ। ਉਹਨੂੰ ਬਸ ਇਹੀ ਯਾਦ ਕਿ ਉਹ ਸਾਗਰ ਹੋ ਗਿਆ, ਸਾਗਰ ਹੋ ਗਿਆ। ਜਦੋਂ ਤੱਕ ਤੁਸੀਂ ਗੁਰੂ ਘਰ ਨਹੀਂ ਪਹੁੰਚੇ ਉਦੋਂ ਤੱਕ ਤੁਹਾਨੂੰ ਯਾਦ ਰਹੇ ਕਿ ਮੈਂ ਫਲਾਣਾ ਸਿੰਘ, ਮੇਰਾ ਫਲਾਣਾ ਰੁਤਬਾ, ਮੈਂ ਕੋਈ ਫਲਾਣੇ ਅਹੁਦੇ ਤੇ ਬੈਠਾ, ਮੈਂ ਕੋਈ ਬਹੁਤ ਵੱਡਾ ਪ੍ਰਚਾਰਕ, ਰਾਗੀ, ਗ੍ਰੰਥੀ, ਕੁਛ ਵੀ, ਬਾਹਰ ਤੱਕ ਚੇਤੇ ਰਹਿਣਾ ਠੀਕ ਹੈ। ਪਰ ਜਿਵੇਂ ਹੀ ਤੁਸੀਂ ਗੁਰੂ ਦੇ ਦਾਇਰੇ ਵਿੱਚ ਆ ਗਏ, ਜਿਵੇਂ ਹੀ ਉਹਦੇ ਕਥਾ ਕੀਰਤਨ ਦੇ ਦਾਇਰੇ ਵਿੱਚ ਪਹੁੰਚ ਗਏ, ਤਾਂ ਫਿਰ ਬਸ ਉਹੀ ਰਹੇ ਯਾਦ। ਧੀਆਂ ਪੁੱਤ, ਘਰ-ਬਾਰ, ਚੀਜ਼ਾਂ, ਉਹ ਜਿੱਥੇ ਹੈਗੀਆਂ ਉੱਥੇ ਰਹਿਣੀਆਂ, ਉਹਨਾਂ ਨੂੰ ਕੁਛ ਨਹੀਂ ਹੁੰਦਾ। ਇੱਥੇ 10-15 ਮਿੰਟ ਜਿੰਨੀ ਦੇਰ ਬਹਿਣਾ ਉਨੀ ਦੇਰ ਭੁੱਲ ਜਾਓ ਸਭ, ਬਸ ਫਿਰ ਗੱਲ ਬਣਦੀ ਹੈ। ਸਤਿਗੁਰੂ ਕਹਿੰਦੇ ਸੋ ਗੁਰੂ ਸੋ ਸਿੱਖ ਹੈ ਭਾਈ, ਜੇ ਜੋਤੀ ਜੋਤ ਮਿਲਾਏ, ਜਿਹਦੀ ਜੋਤ ਉਹਦੇ ਵਿੱਚ ਮਿਲੀ। ਮਨ ਰੇ ਹਰ ਸੇਤੀ ਲਿਵ ਲਾਏ, ਮਨ ਹਰ ਜਪ ਮੀਠਾ ਲਾਗੈ ਭਾਈ, ਗੁਰਮੁਖ ਪਾਏ ਥਾਏ।
ਵਾਹਿਗੁਰੂ ਦਾ ਨਾਮ ਮਿੱਠਾ ਲੱਗੇਗਾ ਤਾਂ ਗੁਰੂ ਕਿਰਪਾ ਕਰਕੇ ਕਬੂਲ ਪਾਏਗਾ ਸਾਨੂੰ ਆਪਣੇ ਦਰ। ਰਹਾਓ ਬਿਨ ਗੁਰ ਪ੍ਰੀਤ ਨਾ ਉਪਜੈ ਭਾਈ। ਗੁਰੂ ਤੋਂ ਬਿਨਾਂ ਪ੍ਰੀਤ ਨਹੀਂ ਉਪਜਦੀ। ਗੁਰੂ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੁੰਦਾ ਸਾਡੇ ਮਨ ਅੰਦਰ। ਗੁਰੂ ਸੱਚੀ ਪ੍ਰੀਤ ਪੈਦਾ ਕਰਦਾ ਹੈ। ਗੁਰੂ ਸਾਨੂੰ ਝੂਠ ਦਿਖਾ ਦਿੰਦਾ ਹੈ, ਸੱਚ ਦਿਖਾ ਦਿੰਦਾ ਹੈ ਤੇ ਸਾਨੂੰ ਸੋਝੀ ਬਖਸ਼ ਦਿੰਦਾ ਹੈ। ਸਤਿਗੁਰੂ ਕਹਿੰਦੇ ਮਨਮੁਖ ਦੂਜੈ ਭਾਏ। ਮਨਮੁਖ ਹਮੇਸ਼ਾ ਦੂਸਰੇ ਭਾਏ, ਮਾਇਆ ਦੇ ਪ੍ਰੇਮ ਵਿੱਚ ਰਹਿੰਦਾ, ਮਾਇਆ ਦੇ ਮੋਹ ਵਿੱਚ ਰਹਿੰਦਾ। ਉਹਦੀ ਹਾਲਤ ਐਸੀ ਹੈ, ਤੋਹ ਕੁੱਟੈ ਮਨਮੁਖ ਕਰਮ ਕਰੇ। ਤੋਹ ਕਿ ਛਿਲਕੇ ਨੂੰ ਕੁੱਟੀ ਜਾਂਦਾ ਬਸ। ਜਿਵੇਂ ਝੋਨੇ ਦਾ ਛਿਲਕਾ, ਉਹਦੇ ਵਿੱਚ ਦਾਣਾ ਤਾਂ ਹੈ ਨਹੀਂ, ਪਰ ਉਸ ਦੇ ਛਿੱਲ ਨੂੰ ਕੁੱਟੀ ਜਾਂਦਾ ਤੇ ਤੋਹ ਕੁੱਟੈ। ਸਤਿਗੁਰੂ ਜਿੰਨਾ ਮਰਜ਼ੀ ਕੁੱਟ ਲਵੇ ਉਹ ਚੋਂ ਨਿਕਲਣਾ ਨਹੀਂ ਕੁਛ। ਛਿਲਕੇ ਨੂੰ ਕੁੱਟਣ ਨਾਲ ਕੀ ਹੋਏਗਾ? ਲੋਕ ਐਸਾ ਹੀ ਕਰ ਰਹੇ ਨੇ, ਬਾਹਰੋਂ ਦਿਖਾਵੇ ਦੇ ਕਰਮ ਕਰੀ ਜਾਂਦੇ ਨੇ ਤੇ ਆਖਦੇ ਨੇ ਜੀ ਅਸੀਂ ਤਾਂ ਧਰਮ ਦਾ ਕਰਮ ਕਰ ਰਹੇ ਹਾਂ। ਬਾਹਰੋਂ ਪੂਜਾ ਪਾਠ ਕਰੀ ਜਾਂਦੇ ਨੇ, ਉੱਤੋਂ ਸਤਿਗੁਰੂ ਕਹਿੰਦੇ ਇਹ ਤੋਹ ਕੁੱਟਣ ਦੇ ਬਰਾਬਰ ਹੈ। ਤੋਹ ਕੁੱਟੈ ਮਨਮੁਖ ਕਰਮ ਕਰੇ ਭਾਈ। ਸਤਿਗੁਰੂ ਕਹਿੰਦੇ ਕਰਮ ਬੜਾ ਕਰਦਾ, ਮਨ ਨੂੰ ਬੜੀ ਤਸੱਲੀ ਹੁੰਦੀ ਕਿ ਜੀ ਮੈਂ ਤਾਂ ਪੂਜਾ ਕਰ ਆਇਆ, ਪਰ ਦਿਖਾਵੇ ਦੀ। ਮੈਂ ਤਾਂ ਪਾਠ ਕਰ ਲਿਆ ਜੀ ਅੱਜ, ਦਿਖਾਵੇ ਦਾ। ਸਤਿਗੁਰੂ ਕਹਿੰਦੇ ਜਿੰਨਾ ਮਰਜ਼ੀ ਕਰ ਲੈ ਕੁਛ ਲਾਭ ਨਹੀਂ ਹੁੰਦਾ। ਜਿਵੇਂ ਤੋਹ ਨੂੰ ਕੁੱਟਣ ਨਾਲ ਕੋਈ ਵਿੱਚੋਂ ਦਾਣਾ ਨਹੀਂ ਨਾ ਨਿਕਲਦਾ, ਬਿਲਕੁਲ ਇਸ ਤਰ੍ਹਾਂ ਦਿਖਾਵੇ ਦੇ ਕੀਤੇ ਕਰਮਾਂ ਦੇ ਵਿੱਚੋਂ ਕੋਈ ਲਾਭ ਨਹੀਂ ਮਿਲਦਾ, ਕੋਈ ਫਲ ਹਾਸਲ ਨਹੀਂ ਹੁੰਦਾ। ਇਹੀ ਕਾਰਨ ਕਿ ਅਸੀਂ ਕਈ ਸਾਲਾਂ ਤੋਂ ਬਹੁਤ ਸਾਰੇ ਧਾਰਮਿਕ ਕਰਮ ਕਰਨ ਦੇ ਬਾਵਜੂਦ ਵੀ ਖਾਲੀ ਬੈਠੇ ਹਾਂ, ਤਾਂ ਉਹਦਾ ਕਾਰਨ ਇਹੀ ਹੈ। ਕੋਈ ਮਨ ਨੂੰ ਟਿਕਾ ਨਹੀਂ, ਕੋਈ ਸ਼ਾਂਤੀ ਨਹੀਂ, ਕੋਈ ਬਦਲਾਵ ਨਹੀਂ, ਸਾਡੀ ਜ਼ੁਬਾਨ ਵਿੱਚ ਮਿਠਾਸ ਨਹੀਂ, ਈਰਸ਼ਾ ਨਿੰਦਾ ਅੰਦਰੋਂ ਗਈ ਨਹੀਂ। ਉਹਦਾ ਕਾਰਨ ਇਹੀ ਕਿ ਬਸ ਅਸੀਂ ਸਿਰਫ ਛਿੱਲੜ ਕੁੱਟਦੇ ਰਹੇ ਹਾਂ, ਤਾਂ ਕਰਕੇ ਖਾਲੀ ਆ। ਸਤਿਗੁਰੂ ਕਹਿੰਦੇ ਤੋਹ ਕੁੱਟੈ ਮਨਮੁਖ ਕਰਮ ਕਰੇ ਭਾਈ, ਪੱਲੇ ਕਿਛੂ ਨਾ ਪਾਏ। ਕੁਛ ਵੀ ਪੱਲੇ ਨਹੀਂ ਪਿਆ। ਗੁਰ ਮਿਲਿਆ ਨਾਮ ਰਵਿਆ ਭਾਈ। ਜਦੋਂ ਗੁਰੂ ਨਾਲ ਮਿਲਦੇ ਆ, ਦਿਖਾਵੇ ਦੇ ਕਰਮ ਛੱਡਦੇ ਆ, ਤਦੋਂ ਨਾਮ ਮਨ ਵਿੱਚ ਰਵਦਾ, ਮਨ ਵਿੱਚ ਵਸਦਾ। ਸਾਚੀ ਪ੍ਰੀਤ ਪਿਆਰ, ਜਦੋਂ ਸੱਚੀ ਪ੍ਰੀਤ ਸੱਚਾ ਪਿਆਰ ਉਹਦੇ ਨਾਲ ਪੈਂਦਾ, ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕੈ ਹੇਤ ਅਪਾਰ। ਸਦਾ ਉਹਦੇ ਗੁਣਾਂ ਨੂੰ ਬੰਦਾ ਆਪਣੇ ਹਿਰਦੇ ਵਿੱਚ ਵਸਾਉਂਦਾ, ਫਿਰ ਉਹਦੇ ਗੁਣ ਧਾਰਨ ਕਰਦਾ, ਉਹਦੇ ਗੁਣ ਉਹਦੇ ਵਰਗਾ ਬਣਦਾ ਜਾਂਦਾ, ਗੁਰੂ ਜੈਸਾ ਹੁੰਦਾ ਜਾਂਦਾ। ਕਿਉਂਕਿ ਗੁਰੂ ਦੇ ਗੁਣ ਧਾਰਨ ਕਰੋਗੇ, ਉਹਦੇ ਵਰਗੇ ਹੁੰਦੇ ਜਾਓਗੇ। ਉਹਦੇ ਵਰਗੀ ਮਿਠਾਸ, ਉਹਦੇ ਵਰਗੀ ਦਇਆ, ਉਹਦੇ ਵਰਗੀ ਦੂਸਰਿਆਂ ਦੇ ਨੂੰ ਬਖਸ਼ਣ ਦੀ, ਦੂਸਰਿਆਂ ਦੇ ਗੁਨਾਹ ਇਗਨੋਰ ਕਰਨ ਦੀ ਸਮਰੱਥਾ। ਹੌਲੀ ਹੌਲੀ ਉਹਦੇ ਗੁਣ ਅਪਣਾਉਣੇ ਜੀਵਨ ਵਿੱਚ। ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕੈ ਹੇਤ ਅਪਾਰ। ਗੁਰੂ ਦੇ ਹੇਤ ਵਿੱਚ, ਗੁਰੂ ਦੇ ਪ੍ਰੇਮ ਵਿੱਚ। ਤੇ ਉਸੇ ਬੰਦੇ ਦਾ ਫਿਰ ਆਉਣਾ ਸਫਲ ਹੋਇਆ। ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰ ਸੇਵਾ ਚਿਤ ਲਾਏ। ਉਹਦਾ ਆਉਣਾ ਪ੍ਰਵਾਨ ਹੋਇਆ ਜਿਹਨੇ ਗੁਰੂ ਦੀ ਸੇਵਾ ਵਿੱਚ ਚਿੱਤ ਜੋੜਿਆ, ਚਿੱਤ ਲਾਇਆ। ਨਾਨਕ ਨਾਮ ਹਰ ਪਾਈਐ ਭਾਈ। ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ ਹੈ ਉਸ ਨੂੰ ਜਿਹੜਾ ਗੁਰ ਸ਼ਬਦ ਦੀ ਮੇਲ ਮਿਲਾਏ, ਜਿਹੜਾ ਗੁਰੂ ਦੇ ਸ਼ਬਦ ਰਾਹੀਂ ਮਿਲ ਪੈਂਦਾ, ਜਿਹੜਾ ਗੁਰੂ ਦੇ ਸ਼ਬਦ ਰਾਹੀਂ ਜੁੜਦਾ, ਉਸ ਨੂੰ ਵਾਹਿਗੁਰੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ। ਗੁਰੂ ਦੇ ਨਾਲ ਹੀ ਜੁੜਿਆ ਗੱਲ ਬਣਨੀ ਹੈ। ਵਾਹਿਗੁਰੂ ਦੇ ਨਾਲ ਮਨ ਨੂੰ ਜੋੜਨਾ, ਸੁਰਤੀ ਨੂੰ ਜੋੜਨਾ, ਫਿਰ ਗੱਲ ਬਣੇਗੀ। ਸਤਿਗੁਰੂ ਰਹਿਮਤ ਕਰੇ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਉਹਦਾ ਨਾਮ ਵਸੇ। ਇਹ ਮਨ ਮਾਇਆ ਵੱਲੋਂ ਟੁੱਟ ਕੇ ਉਹਦੇ ਚਰਨਾਂ ਨਾਲ ਜੁੜੇ। ਹੋਈਆਂ ਭੁੱਲਾਂ ਲਈ ਖਿਮਾ। ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।